ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀਐਸਟੈਟ 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਅਸੀਂ ਲੈ ਕੇ ਆਏ ਜੀ ਸੰਡੇ ਮੌਕ ਟੈਸਟ। ਤੀਜਾ ਮੌਕ ਟੈਸਟ ਹੈ ਜੀ CDP ਦਾ, ਔਰ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਵੀ ਵੀਡੀਓ ਅਪਲੋਡ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਆਪਣੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ, ਔਰ ਹੋਰ ਵੀ ਕਾਫੀ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲਣਗੀਆਂ। ਸੋ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਸ ਤੋਂ ਪਹਿਲਾਂ ਜਿਹੜੀਆਂ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਸੋ ਉਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ। ਜਦੋਂ 30 ਕੁਐਸਚਨ ਹੋਣਗੇ ਜੀ, ਜਿਸ ਤਰ੍ਹਾਂ ਆਪਣੇ ਆਉਂਦੇ ਨੇ ਜੀ ਉਸੇ ਤਰ੍ਹਾਂ ਹੀ ਐਗਜ਼ਾਮ ਦੇ ਵਿੱਚ ਉਸੇ ਤਰ੍ਹਾਂ ਦੇ ਹੀ। ਸੋ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ ਜੀ, ਸਿੱਖਿਆ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਦਾ ਅਧਿਐਨ ਕਰਦੀ ਹੈ। ਕਥਨ ਕਿਸ ਦਾ ਹੈ ਜੀ? ਆਪਸ਼ਨ ਹੈ ਜੀ ਜੇਮਸ ਡੀਵਰ, ਬੀ ਹੈ ਬਰੂਨਰ, ਸੀ ਹੈ BF ਸਕਿਨਰ, ਡੀ ਹੈ ਜੀ ਥੌਰਨਡਾਈਕ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, BF ਸਕਿਨਰ ਜੀ ਦਾ ਇਹ ਕਥਨ ਹੈ ਜੀ, ਜਿਨ੍ਹਾਂ ਨੇ ਸਾਨੂੰ ਸਿੱਖਣ ਦਾ ਵੀ ਇੱਕ ਸਿਧਾਂਤ ਵੀ ਦਿੱਤਾ ਸੀ ਜੀ, ਓਪਰੈਂਟ ਥਿਊਰੀ ਆਫ ਲਰਨਿੰਗ, ਜਾਂ ਜਿਹਨੂੰ ਕਿਹਾ ਜਾਂਦਾ ਥਿਊਰੀ ਆਫ ਓਪਰੈਂਟ ਔਰ ਇੰਸਟਰੂਮੈਂਟਲ ਕੰਡੀਸ਼ਨਿੰਗ। ਪੰਜਾਬੀ 'ਚ ਗੱਲ ਕਰੀਏ ਤਾਂ ਸਕਿਰਿਆ ਜਾਂ ਸਾਧਨਾਤਮਕ ਅਨੁਬੰਧਨ ਸਿਧਾਂਤ। ਸੋ ਇਹਨਾਂ ਨੇ ਇੱਕ ਸਿੱਖਣ ਦਾ ਸਿਧਾਂਤ ਵੀ ਦਿੱਤਾ ਸੀ। ਯਾਦ ਰੱਖਣਾ, ਜੇਕਰ ਪੇਪਰ ਦੇ ਵਿੱਚ ਆਉਂਦਾ ਹੈ ਕਿ ਥਿਊਰੀ ਆਫ ਓਪਰੈਂਟ ਔਰ ਇੰਸਟਰੂਮੈਂਟ ਕੰਡੀਸ਼ਨਿੰਗ ਕਿਸ ਨੇ ਦੁਆਰਾ ਦਿੱਤੀ ਗਈ ਹੈ, ਤਾਂ BF ਸਕਿਨਰ ਦੇ ਦੁਆਰਾ ਦਿੱਤੀ ਗਈ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 2, ਇਡ, ਈਗੋ, ਸੁਪਰ ਈਗੋ ਕਿਸ ਸੰਰਚਨਾ ਦੇ ਭਾਗ ਹਨ? ਆਪਸ਼ਨ ਹੈ ਮਨ, B ਹੈ ਜੀ ਵਿਅਕਤੀਤਵ, C ਹੈ ਚੇਤਨਾ, D ਹੈ ਜੀ ਰਕਸ਼ਾਤਮਕ ਮਨੋਰੰਜਨਾ ਜੀ। ਤਾਂ ਇਸਦਾ ਸਹੀ ਆਨਸਰ ਆਏਗਾ ਜੀ ਆਪਸ਼ਨ B ਜੀ, ਪਰਸਨੈਲਿਟੀ ਦੇ ਭਾਗ ਨੇ ਜੀ ਇਡ, ਈਗੋ ਤੇ ਸੁਪਰ ਈਗੋ ਜੀ। ਇਡ, ਈਗੋ, ਸੁਪਰ ਈਗੋ ਜਿਹੜੇ ਇਹ ਦਿੱਤੇ ਗਏ ਨੇ ਤਿੰਨ ਭਾਗ ਪਰਸਨੈਲਿਟੀ ਦੇ, ਸ਼ਖਸੀਅਤ ਦੇ ਸੰਰਚਨਾ ਹੁੰਦਾ ਜੀ ਸਟਰਕਚਰ ਦੇ, ਉਹ ਸਾਨੂੰ ਦਿੱਤੇ ਗਏ ਨੇ ਫਰਾਇਡ ਦੁਆਰਾ। ਜੇਕਰ ਪੁੱਛਿਆ ਜਾਏ ਕਿ ਇਡ, ਈਗੋ, ਸੁਪਰ ਈਗੋ ਜਿਹੜੇ ਪਰਸਨੈਲਿਟੀ ਦੇ ਭਾਗ ਦਿੱਤੇ ਗਏ ਨੇ ਤਿੰਨ, ਕਿਸ ਦੁਆਰਾ ਦਿੱਤੇ ਗਏ ਨੇ? ਉਹ ਦਿੱਤੇ ਗਏ ਨੇ ਫਰਾਇਡ ਦੁਆਰਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਫਰਾਇਡ ਦੇ ਦੁਆਰਾ ਪਰਸਨੈਲਿਟੀ ਦੇ ਇਹ ਭਾਗ ਜਿਹੜੇ ਦਿੱਤੇ ਗਏ ਨੇ। ਇਡ ID ਇਡ ਜੀ। ਇਡ ਕੀ ਹੁੰਦਾ? ਸ਼ਖਸੀਅਤ ਦਾ ਅਨੈਤਿਕ, ਮਤਲਬ ਨੈਤਿਕਤਾ ਨਹੀਂ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੁਛ ਵੀ ਉਲਝ ਲੁਲ ਸੋਚਣਾ, ਤਰਕਹੀਨ ਤੇ ਅਚੇਤਨ ਭਾਗ ਹੈ ਜੀ। ਔਰ ਇਸ ਵਿੱਚ ਮਨੁੱਖ ਦੀਆਂ ਉਹ ਕੁਦਰਤੀ ਪ੍ਰਵਿਰਤੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ, ਸਮਾਜ ਜਿਨ੍ਹਾਂ ਨੂੰ ਸੰਤੁਸ਼ਟ, ਸਮਾਜ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਕੀਤਾ ਜਾ ਸਕਦਾ। ਸੋ ਅੰਡਰਸਟੂਡ ਕਰ ਗਏ ਹੋਵੋਗੇ। ਨੈਕਸਟ ਹੈ ਜੀ ਈਗੋ। ਈਗੋ ਕਿਹੜੀ ਹੈ? ਸ਼ਖਸੀਅਤ ਦਾ ਸਮਾਜਿਕ ਭਾਗ ਹੈ ਜੀ, ਜਿਹਦੇ ਵਿੱਚ ਚੇਤਨਤਾ ਹੁੰਦੀ ਹੈ ਕਿ ਜੇ ਮੈਂ ਆਹ ਕੰਮ ਕੀਤਾ ਤਾਂ ਇਹ ਹੋਊਗਾ। ਇੱਛਾ ਸ਼ਕਤੀ, ਬੁੱਧੀ ਅਤੇ ਤਰਕ ਸ਼ਾਮਲ ਹੈ, ਲੌਜਿਕ ਲਾਇਆ ਜਾਂਦਾ ਈਗੋ ਦੇ ਵਿੱਚ ਜੀ। ਔਰ ਇਹਦਾ ਜਿਹੜਾ ਇਡ ਹੈ ਔਰ ਸੁਪਰ ਈਗੋ ਹੈ, ਇਡ ਅਤੇ ਸੁਪਰ ਈਗੋ, ਸੋ ਦੋਨਾਂ ਦੇ ਨਾਲ ਇਸ ਦਾ ਜਿਹੜਾ ਸੰਬੰਧ ਰਹਿੰਦਾ। ਤੀਸਰੀ ਜਿਹੜੀ ਆਪਾਂ ਗੱਲ ਕਰੀਏ ਸੁਪਰ ਈਗੋ ਦੀ, ਸ੍ਰੇਸ਼ਟ ਜਿਹਨੂੰ ਕਹਿ ਦਿੰਦੇ ਹਾਂ, ਸ਼ਖਸੀਅਤ ਦੀ ਨੈਤਿਕਤਾ ਦੇ ਨਾਲ ਸੰਬੰਧਿਤ ਹੈ ਜੀ। ਔਰ ਇਸ ਦਾ ਕੰਮ ਜਿਹੜਾ ਹੈ ਨੂੰ ਜਿਹੜਾ ਈਗੋ ਨੂੰ ਅਸ਼ੁਭ ਕਾਰਜਾਂ ਅਤੇ ਦੋਸ਼ਾਂ ਪ੍ਰਤੀ ਸੁਚੇਤ ਕਰਨਾ। ਫਰਾਇਡ ਦਾ ਵਿਚਾਰ ਹੈ ਕਿ ਜੇਕਰ ਇਡ ਅਤੇ ਸ੍ਰੇਸ਼ਟ ਜਿਹੜੀ ਹੈ ਸੁਪਰ ਈਗੋ ਹੈ, ਇਡ ਅਤੇ ਸੁਪਰ ਈਗੋ ਜੀ, ਸੋ ਇਹ ਜਿਹੜੀਆਂ ਦੋ ਚੀਜ਼ਾਂ ਨੇ, ਸੌਰੀ ਇਡ ਅਤੇ ਸੁਪਰ ਈਗੋ ਜੀ, ਇਡ ਹੋ ਗਈ ਔਰ ਸੁਪਰ ਈਗੋ ਹੋ ਗਈ ਜੀ। ਜੇ ਇਹਨਾਂ ਦੇ ਵਿੱਚ ਸੰਤੁਲਨ ਨਹੀਂ ਹੈ, ਬੈਲੈਂਸ ਨਹੀਂ ਹੈ, ਤਾਂ ਮਨੁੱਖ ਦੀ ਜਿਹੜੀ ਪਰਸਨੈਲਿਟੀ ਹੈ ਉਹ ਸੰਤੁਲਿਤ ਨਹੀਂ ਰਹੇਗੀ। ਠੀਕ ਹੈ ਜੀ। ਔਰ ਜੇਕਰ ਇਹ ਦੋਨਾਂ ਦੇ ਵਿੱਚ ਸੰਤੁਲਨ ਹੈ, ਬੈਲੈਂਸ ਹੈ, ਤਾਂ ਜਿਹੜਾ ਸੰਤੁਲਨ ਸ਼ਖਸੀਅਤ ਦੇ ਵਿੱਚ, ਪਰਸਨੈਲਿਟੀ 'ਚ ਬਣਿਆ ਰਹੂਗਾ। ਜੇ ਇਡ ਅਤੇ ਸੁਪਰ ਈਗੋ ਦੇ ਵਿੱਚ ਬੈਲੈਂਸ ਨਹੀਂ ਹੈ ਤਾਂ ਸ਼ਖਸੀਅਤ ਨੂੰ ਕੁਆਯੋਜਿਤ, ਜਿਹਨੂੰ ਕਹਿੰਦੇ ਆ ਮਾਲਾ ਐਡਜਸਟਡ ਜਿਹੜੀ ਆ ਉਹ ਹੋਵੇਗੀ। ਨੈਕਸਟ ਹੈ ਜੀ ਕੁਐਸਚਨ ਨੰਬਰ 3, ਨਵੀਂ ਜਾਣਕਾਰੀ ਨੂੰ ਸ਼ਾਮਲ ਕਰਨ ਲਈ ਵਰਤਮਾਨ ਸਕੀਮਾਂ ਜਿਹੜੀ ਅਵਧਾਰਨਾ ਹੈ ਵਿੱਚ ਬਦਲਾਵ ਦੀ ਪ੍ਰਕਿਰਿਆ ਕਹਾਉਂਦੀ ਹੈ। ਆਪਸ਼ਨ ਹੈ ਜੀ ਆਤਮ ਸਾਤੀਕਰਨ, B ਹੈ ਸਮਾਯੋਜਨ, C ਹੈ ਜੀ ਕੇਂਦਰਿਤ, D ਹੈ ਜੀ ਅਨੁਕੂਲਨ। ਤਾਂ ਇਹਦਾ ਸਹੀ ਆਨਸਰ ਆਊਗਾ ਜੀ ਆਪਸ਼ਨ B ਜੀ, ਸਮਾਯੋਜਨ, ਜਿਹਨੂੰ ਕਹਿੰਦੇ ਆ ਅਕੋਮੋਡੇਸ਼ਨ। ਨਵੀਂ ਜਾਣਕਾਰੀ ਜਦੋਂ ਜੋੜਦੇ ਹਾਂ ਆਪਾਂ ਤਾਂ ਉਸ ਨੂੰ, ਸਕੀਮਾਂ ਕੀ ਹੈ? ਸਾਡੇ ਜਿਹੜਾ ਹੈ ਇੱਕ ਤਰ੍ਹਾਂ ਦੀਆਂ ਆਪਾਂ ਕਹਿ ਸਕਦੇ ਹਾਂ ਕਿ ਸਕੀਮਾਂ ਹੈ ਮੈਂਟਲ ਸਟਰਕਚਰ ਕਹਿ ਸਕਦੇ ਹਾਂ ਆਪਾਂ, ਜਾਂ ਪਾਕਟ ਆਫ ਇਨਫੋਰਮੇਸ਼ਨ ਕਹਿ ਸਕਦੇ ਹਾਂ। ਔਰ ਇਸ ਦੇ ਵਿੱਚ ਕੀ ਹੁੰਦਾ? ਸਾਡੀ ਜਿਹੜੀ ਸਟੋਰ ਕੀਤੀ ਹੋਈ ਜਾਣਕਾਰੀ ਹੈ। ਜਿਵੇਂ ਆਪਾਂ ਕਿਸੇ ਵਸਤੂ ਦਾ ਨਾਮ ਲੈਂਦੇ ਹਾਂ, ਕਿਸੇ ਫਰੂਟ ਦਾ ਨਾਮ ਲੈਂਦੇ ਹਾਂ, ਤਾਂ ਆਪਣੇ ਅੰਦਰ ਜਿਵੇਂ ਇੱਕ ਇਮੇਜ ਜੀ ਬਣ ਗਈ। ਮੈਂਗੋ ਕਿਹਾ ਤਾਂ ਉਹਦੀ ਇਮੇਜ ਜੀ ਬਣ ਗਈ, ਤਾਂ ਉਹ ਕੀ ਹੈ? ਸਕੀਮਾ ਹੈ। ਔਰ ਉਹਦੇ ਵਿੱਚ ਜਦੋਂ ਕੋਈ ਜਾਣਕਾਰੀ ਨਵੀਂ
ਸ਼ਾਮਲ ਹੁੰਦੀ ਹੈ ਤਾਂ ਉਹਨੂੰ ਬੋਲਦੇ ਆ ਸਮਾਯੋਜਨ ਜਾਂ ਅਕਮੋਡੇਸ਼ਨ। ਔਰ ਜਦੋਂ ਸਾਡੇ ਪੂਰਵ ਗਿਆਨ ਦੇ ਵਿੱਚ ਜਿਹੜਾ ਹੈ ਕੋਈ ਹੋਰ ਜਾਣਕਾਰੀ ਉਸ ਦੇ ਨਾਲ ਰਿਲੇਟਡ ਜੁੜਦੀ ਹੈ ਤਾਂ ਉਸ ਨੂੰ ਬੋਲਿਆ ਜਾਂਦਾ ਹੈ ਆਤਮ ਸਾਤਮੀਕਰਨ ਜੀ, ਅਸੈਮੀਲੇਸ਼ਨ ਕਹਿ ਦਿੰਦੇ ਇੰਗਲਿਸ਼ 'ਚ ਆਪਾਂ। ਸੋ ਜਦੋਂ ਤਾਂ ਨਵੀਂ ਜਾਣਕਾਰੀ ਜੁੜੇਗੀ ਉਹ ਸਮਾਯੋਜਨ ਹੈ, ਔਰ ਜਿਹੜਾ ਹੈ ਪੂਰਵ ਗਿਆਨ ਦੇ ਵਿੱਚ ਜਿਹੜਾ ਹੈ ਨਾਲ ਰਿਲੇਟਡ ਕੋਈ ਚੀਜ਼ ਜੁੜਦੀ ਹੈ ਤਾਂ ਉਹਨੂੰ ਆਤਮ ਸਾਤਮੀਕਰਨ ਕਹਿੰਦੇ ਆ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 4, ਮੱਧ ਬਾਲ ਅਵਸਥਾ ਵਿੱਚ ਭਾਸ਼ਾ ਡੈਸ਼ ਦੀ ਬਜਾਏ ਡੈਸ਼ ਅਧਿਕ ਹੁੰਦੀ ਹੈ। ਆਪਸ਼ਨ ਹੈ ਜੀ ਸਮਾਜੀਕ੍ਰਿਤ, ਅਹਿ ਕੇਂਦਰਤ, ਬੀ ਹੈ ਜੀ ਜੀਵਵਾਦੀ, ਸਮਾਜੀਕ੍ਰਿਤ, ਸੀ ਹੈ ਜੀ ਪਰਿਪੱਕ ਅਪਰਿਪੱਕ, ਡੀ ਹੈ ਜੀ ਅਹ ਕੇਂਦਰਤ ਅਤੇ ਸਮਾਜੀਕ੍ਰਿਤ। ਸਹੀ ਆਨਸਰ ਆਪਸ਼ਨ ਏ ਹੈ ਜੀ, ਮੱਧ ਬਾਲ ਅਵਸਥਾ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਸਮਾਜੀਕ੍ਰਿਤ ਦੀ ਬਜਾਏ ਜ਼ਿਆਦਾ ਜਿਹੜੀ ਹੈ ਈਗੋ ਸੈਂਟਰਡ, ਸੋ ਅਧਿਕ ਜਿਹੜੀ ਹੈ ਜ਼ਿਆਦਾ ਉਹ ਹੁੰਦੀ ਹੈ ਜੀ। ਕੁਐਸਚਨ ਨੰਬਰ 5 ਹੈ ਜੀ, ਜਦੋਂ ਇੱਕ ਅਧਿਆਪਕ ਇਹ ਸਮਝਾਉਂਦਾ ਹੈ ਕਿ ਮੁੰਡੇ ਸੁਭਾਵਿਕ ਰੂਪ ਵਿੱਚ ਗਣਿਤ ਵਿੱਚ ਕੁੜੀਆਂ ਤੋਂ ਵੱਧ ਹੁੰਦੇ ਹਨ ਤਾਂ ਇਹ ਦਰਸਾਉਂਦਾ ਹੈ ਕਿ ਅਧਿਆਪਕ ਹੈ। ਆਪਸ਼ਨ ਹੈ ਜੀ ਲਿੰਗ, ਜੈਂਡਰ ਪੱਖਪਾਤੀ ਹੈ, ਬੀ ਹੈ ਜੀ ਸਹੀ ਦ੍ਰਿਸ਼ਟੀਕੋਣ ਵਾਲਾ ਹੈ, ਡੀ ਹੈ ਜੀ ਨੀਤੀਪਰਕ ਹੈ, ਡੀ ਹੈ ਜੀ ਕੋਈ ਨਹੀਂ। ਆਨਸਰ ਆਏਗਾ ਆਪਸ਼ਨ ਏ ਜੀ। ਸੋ ਇੱਥੇ ਜਿਹੜਾ ਹੈ ਆਪਾਂ ਨੂੰ ਪਤਾ ਹੈ ਕਿ ਲਿੰਗ ਦਾ ਜਿਹੜਾ ਹੈ ਯਾਦ ਰੱਖਣਾ, ਜੇਕਰ ਕੁਐਸਚਨ ਆਉਂਦਾ ਹੈ ਕਿ ਲਿੰਗ ਦਾ ਸਿੱਖਣ 'ਤੇ ਜਾਂ ਉਹਦੇ 'ਤੇ ਕੋਈ ਪ੍ਰਭਾਵ ਹੈ ਤਾਂ ਲਿੰਗ ਦਾ ਕਿਤੇ ਵੀ, ਜੈਂਡਰ ਦਾ ਕਿਤੇ ਵੀ ਇਸ ਚੀਜ਼ ਦਾ ਸਿੱਖਣ ਦੇ ਵਿੱਚ ਕੋਈ ਵੀ ਪ੍ਰਭਾਵ ਨਹੀਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੁੰਡੇ ਜ਼ਿਆਦਾ ਸਿੱਖਦੇ ਨੇ ਜਾਂ ਕੁੜੀਆਂ ਜ਼ਿਆਦਾ ਸਿੱਖਦੀਆਂ ਨੇ। ਸੋ ਇਹਦੇ ਵਿੱਚ ਕੀ ਹੈ, ਜੈਂਡਰ ਦਾ ਕੋਈ ਵੀ ਸਿੱਖਣ ਦੇ ਵਿੱਚ ਪ੍ਰਭਾਵ ਨਹੀਂ ਹੈ। ਸੋ ਜੇਕਰ ਅਧਿਆਪਕ ਇੱਦਾਂ ਕਰ ਰਿਹਾ ਕਿ ਕੁੜੀਆਂ ਨੂੰ ਜ਼ਿਆਦਾ ਜਾਂ ਮੁੰਡੇ ਜ਼ਿਆਦਾ ਪੜ੍ਹਨ ਵਾਲੇ ਨੇ ਤਾਂ ਉਹ ਕੀ ਹੈ, ਜੈਂਡਰ ਪੱਖਪਾਤੀ ਹੈ, ਇੱਕ ਜੈਂਡਰ ਦਾ ਪੱਖ ਪੂਰ ਰਿਹਾ। ਨੈਕਸਟ ਹੈ ਜੀ ਕੁਐਸਚਨ ਨੰਬਰ 6, ਵਿਕਾਸ ਡੈਸ਼ ਤੋਂ ਡੈਸ਼ ਦੀ ਵੱਲ ਵੱਧਦਾ ਹੈ। ਆਪਸ਼ਨ ਏ ਹੈ ਜੀ ਜਟਿਲ ਤੋਂ ਕਠਿਨ, ਬੀ ਹੈ ਵਿਸ਼ੇਸ਼ ਤੋਂ ਸਧਾਰਨ, ਸੀ ਹੈ ਸਧਾਰਨ ਤੋਂ ਆਸਾਨ, ਡੀ ਹੈ ਸਧਾਰਨ ਤੋਂ ਵਿਸ਼ੇਸ਼। ਆਨਸਰ ਡੀ ਆਨਸਰ ਆਏਗਾ ਜੀ। ਵਿਕਾਸ ਜਿਹੜੀ ਡਿਵੈਲਪਮੈਂਟ ਹੈ ਉਹ ਹਮੇਸ਼ਾ ਸਧਾਰਨ ਤੋਂ ਵਿਸ਼ੇਸ਼ ਹੁੰਦਾ। ਸਧਾਰਨ ਕਿਵੇਂ, ਪਹਿਲਾਂ ਬੱਚਾ ਜਿਹੜਾ ਪੂਰੀ ਬਾਂਹ ਹਿਲਾਉਣੀ ਸਿੱਖੇਗਾ ਔਰ ਉਸ ਤੋਂ ਬਾਅਦ ਫਿਰ ਉਂਗਲਾਂ, ਇੱਕ ਇੱਕ ਉਂਗਲ ਨੂੰ ਹਿਲਾਉਣਾ ਸਿੱਖੇਗਾ। ਤਾਂ ਪਹਿਲਾਂ ਸਧਾਰਨ ਸੀ ਪੂਰੀ ਬਾਂਹ ਔਰ ਫਿਰ ਵਿਸ਼ੇਸ਼ ਅੰਗਾਂ ਵੱਲ ਗਿਆ ਤਾਂ ਜਿਹੜਾ ਵਿਕਾਸ ਦੀ ਡਿਵੈਲਪਮੈਂਟ ਹੋਇਆ, ਜਿਹੜਾ ਵਧਿਆ ਉਹ ਕਿੱਧਰ ਵੱਲ ਵਧਿਆ, ਸਧਾਰਨ ਤੋਂ ਵਿਸ਼ੇਸ਼ ਵੱਲ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7, ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜੀਕਰਨ ਦਾ ਪ੍ਰਮੁੱਖ ਕਾਰਕ ਹੈ। ਆਪਸ਼ਨ ਹੈ ਜੀ ਕੰਪਿਊਟਰ, ਬੀ ਹੈ ਅਨੁਵੰਸ਼ਿਕਤਾ ਹੈਰੀਡਿਟੀ, ਸੀ ਹੈ ਜੀ ਰਾਜਨੀਤਿਕ ਦਲ, ਡੀ ਹੈ ਜੀ ਪਰਿਵਾਰ। ਆਨਸਰ ਡੀ ਹੈ ਜੀ। ਸੋ ਇਹਨਾਂ ਦੇ ਵਿੱਚੋਂ ਪਰਿਵਾਰ ਜਿਹੜਾ ਹੈ ਸਮਾਜੀਕਰਨ ਦਾ ਪ੍ਰਮੁੱਖ ਕਾਰਕ ਹੈ। ਅੱਗੇ ਹੈ ਜੀ ਕੁਐਸਚਨ ਨੰਬਰ 8, ਸਮਾਵੇਸ਼ੀ ਸਿੱਖਿਆ ਮੰਨਦੀ ਹੈ ਕਿ ਮਨ ਡੈਸ਼ ਨੂੰ ਡੈਸ਼ ਦੇ ਅਨੁਰੂਪ ਬਦਲਦਾ ਹੈ। ਆਪਸ਼ਨ ਏ ਜੀ ਵਿਵਸਥਾ ਬੱਚੇ ਦੇ, ਬੀ ਹੈ ਜੀ ਪਰਿਵੇਸ਼ ਪਰਿਵਾਰ, ਸੀ ਹੈ ਬੱਚੇ ਪਰਿਵੇਸ਼, ਡੀ ਹੈ ਜੀ ਬੱਚੇ ਵਿਵਸਥਾ। ਆਨਸਰ ਹੈ ਜੀ ਇਨਕਲੂਸਿਵ ਜਿਹੜੀ ਐਜੂਕੇਸ਼ਨ ਹੈ ਉਹ ਮੰਨਦੀ ਹੈ ਕਿ ਮਨ ਜਿਹੜਾ ਹੈ ਬੱਚੇ ਨੂੰ ਵਿਵਸਥਾ ਦੇ ਅਨੁਰੂਪ ਬਦਲਦਾ ਹੈ ਜੀ। ਕੁਐਸਚਨ ਨੰਬਰ 9 ਹੈ ਜੀ, ਕਿਸ ਮਨੋਵਿਗਿਆਨੀ ਨੇ ਮਾਨਸਿਕ ਉਮਰ ਦਾ ਸੰਕਲਪ ਦਿੱਤਾ ਜੀ। ਆਪਸ਼ਨ ਹੈ ਜੀ ਬਿਨੇ, ਬੀ ਹੈ ਜੀ ਮੈਂਟਲ ਏਜ, ਮਾਨਸਿਕ ਉਮਰ ਮਤਲਬ ਮੈਂਟਲ ਏਜ ਦਾ ਜਿਹੜਾ ਸੰਕਲਪ ਹੈ ਕਿਸ ਨੇ ਦਿੱਤਾ। ਆਨਸਰ ਆਊਗਾ ਜੀ ਆਪਸ਼ਨ ਏ ਜੀ ਬਿਨੇ ਨੇ। ਨੈਕਸਟ ਹੈ ਜੀ ਕੁਐਸਚਨ ਨੰਬਰ 10 ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਬੁੱਧੀ ਦਾ ਸਮੂਹਿਕ ਪ੍ਰੀਖਣ ਹੈ ਜੀ। ਆਪਸ਼ਨ ਏ ਹੈ ਜੀ ਸਟੈਨਫੋਰਡ ਬਿਨੇ ਪ੍ਰੀਖਣ, ਬੀ ਹੈ ਜੀ ਕੋਹ ਬਲਾਕ ਡਿਜ਼ਾਈਨ ਟੈਸਟ, ਸੀ ਹੈ ਜੀ ਵੈਸ਼ਲਰ ਬਾਲਗ ਬੁੱਧੀ ਮਾਪਣੀ, ਡੀ ਹੈ ਜੀ ਆਰਮੀ ਬੀਟਾ ਪ੍ਰੀਖਣ। ਆਨਸਰ ਡੀ ਹੈ ਜੀ। ਸੋ ਬਾਕੀ ਜਿਹੜੇ ਨੇ ਵਿਅਕਤੀਗਤ ਨੇ ਜੀ, ਇਸ ਦੇ ਰਾਹੀਂ ਜਿਹੜਾ ਵਿਅਕਤੀਗਤ ਇੱਕ ਆਪਾਂ ਕਹਿ ਸਕਦੇ ਹਾਂ ਕਿ ਵਿਅਕਤੀ ਦਾ ਜਿਹੜਾ ਹੈ ਬੁੱਧੀ ਟੈਸਟ ਹੁੰਦਾ, ਪ੍ਰੀਖਣ ਹੁੰਦਾ, ਔਰ ਆਰਮੀ ਬੀਟਾ ਜਿਹੜਾ ਪ੍ਰੀਖਣ ਹੈ ਉਹ ਸਮੂਹਿਕ ਬੁੱਧੀ ਪ੍ਰੀਖਣ ਹੈ ਜੀ, ਸਮੂਹ ਦੇ ਵਿੱਚ ਜਿਹੜਾ ਬੁੱਧੀ ਪ੍ਰੀਖਣ ਕੀਤਾ ਜਾਂਦਾ। ਕੁਐਸਚਨ ਨੰਬਰ 11 ਜੀ, ਥਾਰਨਡਾਈਕ ਦੇ ਸਿੱਖਣ ਦੇ ਸਿਧਾਂਤ ਵਿੱਚ ਕਿਹੜਾ ਪ੍ਰਮੁੱਖ ਨਿਯਮ ਨਹੀਂ ਹੈ। ਆਪਸ਼ਨ ਹੈ ਜੀ ਤਤਪਰਤਾ ਦਾ ਨਿਯਮ, ਜਿਹਨੂੰ ਤਿਆਰੀ ਦਾ ਨਿਯਮ ਵੀ ਕਹਿੰਦੇ ਨੇ, ਲਾ ਆਫ ਰੈਡੀਨੈਸ। ਦੂਸਰਾ ਹੈ ਜੀ ਅਭਿਆਸ ਦਾ ਨਿਯਮ, ਲਾ ਆਫ ਐਕਸਰਸਾਈਜ਼। ਤੀਸਰਾ ਹੈ ਜੀ ਸੰਤੁਸ਼ਟੀ ਦਾ ਨਿਯਮ। ਚੌਥਾ ਹੈ ਜੀ ਪ੍ਰਭਾਵ ਦਾ ਨਿਯਮ, ਲਾ ਆਫ ਇਫੈਕਟ। ਸਹੀ ਆਨਸਰ ਹੈ ਜੀ ਆਪਸ਼ਨ
ਸੀ ਜੀ। ਸੰਤੁਸ਼ਟੀ ਦਾ ਨਿਯਮ ਨਹੀਂ, ਥੌਰਨਡਾਈਕ ਨੇ 3 ਸਿੱਖਣ ਦੇ ਪ੍ਰਮੁੱਖ ਨਿਯਮ ਦੱਸੇ ਨੇ ਜੀ। ਤਤਪਰਤਾ ਦਾ ਨਿਯਮ ਯਾਨੀ ਤਿਆਰੀ ਦਾ ਨਿਯਮ, ਜਿੰਨਾ ਕੋਈ ਸਿੱਖਣ ਲਈ ਤਿਆਰ ਹੈ, ਜਿੰਨਾ ਕੋਈ ਸਿੱਖਣ ਦੇ ਲਈ ਤਤਪਰ ਹੈ ਜੀ, ਸੋ ਓਨਾ ਹੀ ਜਿਹੜਾ ਹੈ ਉਹ ਵੱਧ ਸਿੱਖੇਗਾ। ਪਰ ਜਦੋਂ ਤੱਕ ਸਿੱਖਣ ਲਈ ਤਿਆਰ ਨਹੀਂ ਹੁੰਦੇ ਤਾਂ ਮਤਲਬ ਸਿੱਖਿਆ ਵੀ ਨਹੀਂ ਜਾ ਸਕਦਾ। ਸਿੱਖਣ ਦੇ ਲਈ ਤਤਪਰਤਾ ਜ਼ਰੂਰੀ ਹੈ। ਦੂਸਰਾ ਹੈ ਅਭਿਆਸ ਦਾ ਨਿਯਮ, ਜਿੰਨਾ ਜ਼ਿਆਦਾ ਅਭਿਆਸ ਕੀਤਾ ਜਾਊਗਾ, ਲਾ ਆਫ ਐਕਸਰਸਾਈਜ਼। ਸੋ ਇਹਦੇ ਵਿੱਚ ਕਿਹਾ ਜਾਂਦਾ ਕਿ ਅਭਿਆਸ ਆਦਮੀ ਨੂੰ ਜਿਹੜਾ ਮਾਹਰ ਬਣਾ ਦਿੰਦਾ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਆਪਾਂ ਸੁਣੀ ਹੋਈ ਹੈ। ਸੋ ਅਭਿਆਸ ਜਿੰਨਾ ਵੱਧ ਕਰਾਂਗੇ ਓਨਾ ਸਿੱਖਾਂਗੇ। ਤੀਸਰਾ ਹੈ ਪ੍ਰਭਾਵ ਦਾ ਨਿਯਮ, ਜਿਹੋ ਜਿਹਾ ਸਿੱਖਣ ਦਾ ਪ੍ਰਭਾਵ ਹੋਏਗਾ, ਇਸ ਨੂੰ ਜਿਹੜਾ ਹੈ ਪ੍ਰਭਾਵ ਦੇ ਨਿਯਮ ਨੂੰ ਪ੍ਰਸੰਨਤਾ ਅਤੇ ਦੁੱਖ, ਲਾ ਆਫ ਪਲੈਜ਼ਰ ਐਂਡ ਪੇਨ ਵੀ ਕਿਹਾ ਜਾਂਦਾ, ਕਿਉਂਕਿ ਕਿਸੇ ਕੰਮ ਨੂੰ ਸਿੱਖਦਿਆਂ ਹੋਇਆਂ ਜੇਕਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਸਾਨੂੰ ਦੁੱਖ ਹੁੰਦਾ ਤਾਂ ਉਹਨਾਂ ਜਿਹੜਾ ਹੈ ਕਸ਼ਟ ਦੇ ਨਾਲ ਜਿਹੜਾ ਹੈ ਉਹ ਸਿੱਖਣਾ ਜਿਹੜਾ ਹੈ ਘਟ ਜਾਵੇਗਾ। ਪਰ ਜੇਕਰ ਸਿੱਖਣ ਦੇ ਵਿੱਚ ਆਪਾਂ ਨੂੰ ਸੁੱਖ ਮਿਲਦਾ, ਤਸੱਲੀ ਮਿਲਦੀ ਹੈ, ਪ੍ਰਸੰਨਤਾ ਮਿਲਦੀ ਹੈ ਤਾਂ ਅਸੀਂ ਹੋਰ ਜਲਦੀ ਸਿੱਖਦੇ ਹਾਂ। ਸੋ ਯਾਦ ਰੱਖਣੇ ਨੇ ਜੀ ਕਿਹੜੇ ਕਿਹੜੇ 3 ਪ੍ਰਮੁੱਖ ਨਿਯਮ ਨੇ। ਤਤਪਰਤਾ ਦਾ ਨਿਯਮ, ਲਾ ਆਫ ਰੈਡੀਨੈਸ ਜਾਂ ਤਿਆਰੀ ਦਾ ਨਿਯਮ ਇਹਨੂੰ ਕਹਿੰਦੇ ਆ। ਦੂਸਰਾ ਹੈ ਜੀ ਅਭਿਆਸ ਦਾ ਨਿਯਮ, ਲਾ ਆਫ ਪ੍ਰੈਕਟਿਸ। ਤੀਸਰਾ ਹੈ ਪ੍ਰਭਾਵ ਦਾ ਨਿਯਮ, ਲਾ ਆਫ ਇਫੈਕਟ, ਔਰ ਇਸ ਨੂੰ ਜਿਹੜਾ ਹੈ ਤਸੱਲੀ ਜਾਂ ਕਸ਼ਟ ਦਾ ਨਿਯਮ ਜਾਂ ਸੈਟਿਸਫੈਕਸ਼ਨ ਕਹਿ ਸਕਦੇ ਆਪਾਂ ਤਸੱਲੀ ਨੂੰ, ਔਰ ਪਲੈਜ਼ਰ ਔਰ ਪੇਨ ਦਾ ਨਿਯਮ ਵੀ ਲਾ ਇਹਨੂੰ ਜਿਹੜਾ ਪ੍ਰਭਾਵ ਦੇ ਨਿਯਮ ਨੂੰ ਕਿਹਾ ਜਾਂਦਾ। ਕੁਐਸਚਨ ਨੰਬਰ ਅੱਗੇ ਹੈ ਜੀ 12, ਬੱਚੇ ਦੇ ਵਿਅਕਤੀਗਤ ਅਧਿਐਨ ਦੀ ਮਨੋਵਿਗਿਆਨ ਵਿਧੀ ਹੈ। ਆਪਸ਼ਨ ਹੈ ਜੀ ਰੇਟਿੰਗ ਸਕੇਲ, ਬੀ ਹੈ ਪ੍ਰਸ਼ਨਾਵਲੀ, ਸੀ ਹੈ ਜੀ ਕੇਸ ਹਿਸਟਰੀ, ਡੀ ਹੈ ਜੀ ਪ੍ਰਯੋਗਾਤਮਕ ਵਿਧੀ। ਸਹੀ ਆਨਸਰ ਆਪਸ਼ਨ ਡੀ ਹੈ ਜੀ ਐਕਸਪੈਰੀਮੈਂਟਲ ਮੈਥਡ ਜੀ। ਕੁਐਸਚਨ ਨੰਬਰ ਅੱਗੇ 13 ਜੀ, ਕਾਰਲ ਜੁੰਗ ਨੇ ਵਿਅਕਤੀਆਂ ਦਾ ਵਰਗੀਕਰਨ ਕੀਤਾ ਹੈ। ਆਪਸ਼ਨ ਹੈ ਜੀ ਅੰਤਰਮੁਖੀ, ਬਾਹਰਮੁਖੀ, ਬੀ ਹੈ ਅੰਤਰਮੁਖੀ, ਬਾਹਰਮੁਖੀ ਅਤੇ ਸਵੈ ਕੇਂਦਰਿਤ, ਸੀ ਹੈ ਜੀ ਅੰਤਰਮੁਖੀ, ਬਾਹਰਮੁਖੀ, ਮੱਧਮੁਖੀ, ਡੀ ਹੈ ਜੀ ਅਭਿਮਾਨੀ, ਸਵੈ ਕੇਂਦਰਿਤ, ਮੱਧਮੁਖੀ, ਅੰਤਰਯਾਮੀ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ ਜੇਕਰ ਪੁੱਛਿਆ ਜਾਏ ਸਿੰਪਲ ਕੁਐਸਚਨ ਕਈ ਵਾਰੀ ਆ ਜਾਂਦਾ ਕਿ ਕਾਰਲ ਜੁੰਗ ਨੇ ਵਿਅਕਤੀਆਂ ਦਾ ਵਰਗੀਕਰਨ ਕਰਦੇ ਹੋਏ ਜਿਹੜਾ ਹੈ ਕਿੰਨੇ ਵਰਗਾਂ ਦੇ ਵਿੱਚ ਵੰਡਿਆ, ਤਾਂ 3 ਵਿੱਚ ਵੰਡਿਆ ਜੀ। ਅੰਤਰਮੁਖੀ, ਇੰਟਰੋਵਰਟਸ ਜਿਹਨੂੰ ਆਪਾਂ ਕਹਿੰਦੇ ਆ, ਦੂਸਰੇ ਨੇ ਬਾਹਰਮੁਖੀ, ਐਕਸਟਰੋਵਰਟਸ, ਔਰ ਤੀਸਰੇ ਨੇ ਮੱਧਮੁਖੀ, ਸੋ ਐਂਬੀਵਰਟਸ। ਸੋ ਅੰਤਰਮੁਖੀ ਕਿਹੜੇ ਹੁੰਦੇ ਨੇ? ਅੰਤਰਮੁਖੀ ਵਿਅਕਤੀ ਜਿਹੜੇ ਨੇ ਸ਼ਰਮੀਲੇ, ਆਤਮ ਕੇਂਦਰਿਤ, ਆਤਮ ਸੁਚੇਤ ਅਤੇ ਅਸਮਾਜਿਕ ਹੁੰਦੇ ਨੇ। ਨਿਡਰ ਕੰਮ ਕਰਨ ਵਾਲੇ ਨਹੀਂ ਹੁੰਦੇ, ਦੂਜਿਆਂ ਨੂੰ ਮਿਲਣਾ ਪਸੰਦ ਨਹੀਂ ਕਰਦੇ। ਜਿਵੇਂ ਆਪਾਂ ਸਮਝ ਹੀ ਗਏ ਅੰਤਰਮੁਖੀ ਆਪਣੇ ਆਪ ਜੋਗੇ ਬਸ, ਉਹ ਚਿੰਤਨ ਅਤੇ ਲੇਖਣ ਵਿੱਚ ਰੁਚੀ ਰੱਖਦੇ ਹਨ, ਕੇਵਲ ਆਪਣੇ ਅੰਦਰੂਨੀ ਸੰਸਾਰ ਦੇ ਵਿੱਚ ਹੀ ਰੁੱਝੇ ਰਹਿੰਦੇ ਨੇ, ਔਰ ਇੱਦਾਂ ਦੇ ਵਿਅਕਤੀ ਨੇਤਾ ਨਹੀਂ ਬਣ ਸਕਦੇ ਕਾਰਲ ਜੁੰਗ ਦੇ ਅਨੁਸਾਰ। ਦੂਜਿਆਂ ਦੀ ਸੰਗਤ ਵਿੱਚ ਘਬਰਾਹਟ ਅਨੁਭਵ ਕਰਦੇ ਨੇ, ਹਨ, ਆਪਣੇ ਆਪ ਵਿੱਚ ਕੇਂਦਰਿਤ ਰਹਿੰਦੇ ਨੇ ਅਤੇ ਦਿਨ ਵਿੱਚ ਸੁਪਨੇ ਦੇਖਣਾ ਉਹਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ। ਬਾਹਰਮੁਖੀ ਕਿਹੜੇ ਹੁੰਦੇ ਨੇ? ਐਕਸਟਰੋਵਰਟ ਜਿਹੜੇ ਹੁੰਦੇ ਨੇ ਮਿਲਣਸਾਰ, ਨਿਡਰ, ਸਹਿਯੋਗੀ ਸੁਭਾਅ ਦੇ ਹੁੰਦੇ ਨੇ, ਜਿਹੜਾ ਚਿੰਤਾਵਾਂ ਤੋਂ ਮੁਕਤ ਹੁੰਦੇ ਨੇ, ਔਰ ਉਹਨਾਂ ਦੀ ਬਾਣੀ ਦੇ ਵਿੱਚ ਪ੍ਰਵਾਹ ਹੁੰਦਾ, ਯਾਨੀ ਕਿ ਇੱਕ ਲੈਅ ਦੇ ਵਿੱਚ ਬੋਲਦੇ ਨੇ, ਬੋਲਦੇ ਹੋਏ ਸੰਗਦੇ ਸ਼ਰਮਾਉਂਦੇ ਨਹੀਂ, ਔਰ ਸਦਾ ਬਾਹਰੀ ਸੰਸਾਰ ਦੇ ਵੱਲ ਕੇਂਦਰਿਤ ਰਹਿੰਦੇ ਨੇ। ਦੂਜਿਆਂ ਪ੍ਰਤੀ ਉਹਨਾਂ ਦਾ ਵਿਹਾਰ ਮਿੱਤਰਤਾ ਵਾਲਾ ਹੁੰਦਾ। ਅਜਿਹੇ ਵਿਅਕਤੀ ਚੰਗੇ ਨੇਤਾ ਅਤੇ ਸਮਾਜਿਕ ਕਾਰਜਕਰਤਾ ਬਣਦੇ ਨੇ। ਸੋ ਕੁਐਸਚਨ ਆ ਸਕਦਾ ਕਿ ਕਾਰਲ ਜੁੰਗ ਦੇ ਅਨੁਸਾਰ ਕਿਹੜੇ ਵਿਅਕਤੀ ਜਿਹੜੇ ਨੇ ਚੰਗੇ ਨੇਤਾ ਅਤੇ ਸਮਾਜਿਕ ਕਾਰਜਕਰਤਾ ਬਣ ਸਕਦੇ ਨੇ? ਅੰਤਰਮੁਖੀ, ਬਾਹਰਮੁਖੀ ਜਾਂ ਮੱਧਮੁਖੀ? ਤਾਂ ਆਨਸਰ ਆਊਗਾ ਬਾਹਰਮੁਖੀ। ਸੋ ਇੱਦਾਂ ਦੇ ਕੁਐਸਚਨ ਆ ਸਕਦੇ ਨੇ। ਇਸ ਕਰਕੇ ਮੱਧਮੁਖੀ ਉਹ ਵਿਅਕਤੀ ਨੇ ਜੋ ਨਾ ਪੂਰਨ ਅੰਤਰ ਹੁੰਦੇ ਨੇ ਅਤੇ ਨਾ ਬਾਹਰਮੁਖੀ ਹੁੰਦੇ ਨੇ, ਦੋਨਾਂ ਦਾ ਮਿਸ਼ਰਣ ਹੁੰਦੇ ਨੇ, ਅਤੇ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ ਬੜਾ ਬੈਲੈਂਸਡ ਜਿਹਾ ਹੁੰਦਾ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਧੇ ਅਤੇ ਵਿਕਾਸ ਦਾ ਸਿਧਾਂਤ ਨਹੀਂ ਹੈ? ਸਮਾਨ ਪ੍ਰਤੀਮਾਨ ਦਾ ਸਿਧਾਂਤ, ਬੀ ਹੈ ਵਿਸ਼ੇਸ਼ ਤੋਂ ਸਮਾਨ ਯਾਨੀ ਕਿ ਸਧਾਰਨ ਕਿਰਿਆਵਾਂ ਦਾ ਸਿਧਾਂਤ, ਸੀ ਹੈ ਜੀ ਨਿਰੰਤਰ ਵਿਕਾਸ ਦਾ ਸਿਧਾਂਤ, ਡੀ ਹੈ ਜੀ ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਜਿਹੜਾ ਵਿਸ਼ੇਸ਼ ਤੋਂ ਸਮਾਨ ਹੈ ਜੀ। ਵਿਕਾਸ ਜਿਹੜਾ ਕਦੀ ਵੀ ਵਿਸ਼ੇਸ਼ ਤੋਂ ਸਮਾਨ, ਇਹ ਨਹੀਂ ਕਿ ਪਹਿਲਾਂ ਬੱਚਾ ਉਂਗਲ ਹਿਲਾਉਣੀ ਸਿੱਖੂਗਾ ਫਿਰ ਬਾਂਹ ਹਿਲਾਉਣੀ ਸਿੱਖੂਗਾ, ਹਮੇਸ਼ਾ ਜਿਹੜਾ ਸਮਾਨ ਤੋਂ ਯਾਨੀ ਕਿ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ। ਸੋ ਇਸ ਕਰਕੇ ਇਹ ਜਿਹੜਾ ਨਿਯਮ ਨਹੀਂ ਹੈ। ਨਿਰੰਤਰ ਵਿਕਾਸ ਆਪਾਂ ਸਮਝਦੇ ਹੀ ਹਾਂ, ਵਿਕਾਸ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਗਰੋਥ ਰੁਕ ਜਾਂਦੀ ਹੈ, ਵਾਧਾ ਰੁਕ ਜਾਂਦਾ ਹੈ। ਡਿਵੈਲਪਮੈਂਟ ਕਦੇ ਵੀ ਰੁਕਦੀ ਨਹੀਂ, ਨਿਰੰਤਰ ਚੱਲਦੀ ਰਹਿੰਦੀ ਹੈ। ਔਰ ਵਿਅਕਤੀਗਤ, ਹਰ ਵਿਅਕਤੀ ਦੂਜੇ ਨਾਲੋਂ ਭਿੰਨ ਹੈ, ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ ਹੁੰਦਾ ਹੈ ਜੀ। ਪਿਆਜੇ ਦੇ ਅਨੁਸਾਰ ਅਹੰ ਕੇਂਦਰਿਤ ਕੀ ਹੈ? ਸੋ ਈਗੋ ਸੈਂਟਰਡ ਕੀ? ਆਪਸ਼ਨ ਹੈ ਜੀ ਵਾਤਾਵਰਨ ਗਿਆਨ ਦਾ ਕੇਂਦਰ ਹੈ, ਬੀ ਹੈ ਬਾਲਕ ਵਿਸ਼ੇ ਦਾ ਕੇਂਦਰ ਹੈ ਅਤੇ ਹਰ
ਚੀਜ਼ ਉਸਦੇ ਇਰਦ ਗਿਰਦ ਘੁੰਮਦੀ ਹੈ। ਸੀ ਹੈ ਜੀ ਸੰਵੇਦੀ ਗਾਮਕ ਅਵਸਥਾ। ਡੀ ਹੈ ਜੀ ਹੰਕਾਰ ਬਨਾਮ ਸਵੈ ਇੱਛਾ। ਆਨਸਰ ਹੈ ਜੀ ਆਪਸ਼ਨ ਬੀ ਜੀ। ਈਗੋ ਸੈਂਟਰਡ ਦਾ ਮਤਲਬ ਹੈ ਪਿਆਜੇ ਦੇ ਅਨੁਸਾਰ ਬਾਲਕ ਵਿਸ਼ੇ ਦਾ ਕੇਂਦਰ ਹੈ, ਆਪਣੇ ਆਪ ਨੂੰ ਵਿਸ਼ੇ ਦਾ ਕੇਂਦਰ ਮੰਨਦਾ ਬੱਚਾ, ਔਰ ਹਰ ਚੀਜ਼ ਜਿਹੜੀ ਹੈ ਉਸ ਦੇ ਅਨੁਸਾਰ ਜਿਹੜੀ ਉਸ ਦੇ ਇਰਦ ਗਿਰਦ ਹੀ ਘੁੰਮਦੀ ਹੈ, ਜੋ ਉਹ ਕਹਿ ਰਿਹਾ ਉਹੀ ਠੀਕ ਹੈ। ਕੁਐਸਚਨ ਨੰਬਰ 16, ਮਨੋਵਿਗਿਆਨ ਵਿਅਕਤੀਗਤ ਦਾ ਵਿਗਿਆਨਕ ਅਧਿਐਨ ਹੈ ਜਿਸ ਦਾ ਸੰਬੰਧ ਵਿਵਹਾਰ ਅਤੇ ਡੈਸ਼ ਨਾਲ ਹੈ। ਆਪਸ਼ਨ ਹੈ ਜੀ ਆਦਤਾਂ, ਬੀ ਹੈ ਸਵਰੂਪ, ਡੀ ਹੈ ਜੀ ਅਨੁਭਵ ਐਕਸਪੀਰੀਅੰਸ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ। ਸੋ ਮਨੋਵਿਗਿਆਨ ਵਿਅਕਤੀਤਵ ਯਾਨੀ ਕਿ ਜਿਹੜਾ ਵਿਅਕਤੀਤਵ ਦਾ ਵਿਗਿਆਨਿਕ ਅਧਿਐਨ ਹੈ ਜਿਸ ਦਾ ਸੰਬੰਧ ਕਿਹਦੇ ਨਾਲ ਹੈ, ਵਿਵਹਾਰ ਦੇ ਨਾਲ ਹੈ, ਬਿਹੇਵੀਅਰ ਦੇ ਨਾਲ ਹੈ, ਔਰ ਅਨੁਭਵ ਐਕਸਪੀਰੀਅੰਸ ਦੇ ਨਾਲ ਹੈ ਜੀ। ਕੁਐਸਚਨ ਨੰਬਰ 17 ਜੀ ਕੋਲਰ ਨੇ ਵਿਕਸਿਤ ਕੀਤਾ ਐਸ ਆਰ ਅਨੁਬੰਧਿਤ ਸਿਧਾਂਤ, ਬੀ ਹੈ ਜੀ ਅੰਤਰਦ੍ਰਿਸ਼ਟੀ ਦਾ ਸਿਧਾਂਤ, ਸੀ ਹੈ ਜੀ ਫੀਲਡ ਸਿਧਾਂਤ, ਡੀ ਹੈ ਜੀ ਅਨੁਬੰਧਿਤ ਸਿਧਾਂਤ ਜੀ। ਤਾਂ ਇਸ ਕੋਲਰ ਨੇ ਜਿਹੜਾ ਵਿਕਸਿਤ ਕੀਤਾ ਸੀ ਆਪਸ਼ਨ ਬੀ ਜੀ ਇਨਸਾਈਟ ਲਰਨਿੰਗ ਦਾ ਸਿਧਾਂਤ ਜਿਹੜਾ ਹੈ ਲਰਨਿੰਗ ਦਾ ਦਿੱਤਾ ਸੀ ਕੋਲਰ ਨੇ। ਕੋਲਰ ਨੇ ਜਿਹੜਾ ਥਾਰਨਡਾਈਕ ਨੇ ਯਤਨ ਤੇ ਭੁੱਲ ਦਾ ਸਿਧਾਂਤ ਦਿੱਤਾ ਸੀ ਜੀ, ਉਸ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਯਤਨ ਤੇ ਸਿਧਾਂਤ ਦਾ ਯਤਨ ਤੇ ਭੁੱਲ, ਸੋ ਜਿਹੜਾ ਉਹਨੇ ਟਰਾਇਲ ਐਂਡ ਐਰਰ ਦਾ ਸਿਧਾਂਤ ਦਿੱਤਾ ਸੀ। ਕੋਲਰ ਦੇ ਅਨੁਸਾਰ ਥਾਰਨਡਾਈਕ ਨੇ ਜਿਹੜਾ ਹੈ ਪਸ਼ੂਆਂ ਨੂੰ ਪਿੰਜਰਿਆਂ ਦੇ ਭੁੱਲ ਭੁਲੇਖਿਆਂ ਦੇ ਵਿੱਚ ਪਾਇਆ ਔਰ ਪਸ਼ੂਆਂ ਨੂੰ ਗੈਰ ਕੁਦਰਤੀ ਸਥਿਤੀਆਂ ਦੇ ਵਿੱਚ ਰੱਖਿਆ ਸੀ ਜਿੱਥੇ ਉਹਨਾਂ ਦੇ ਬੁੱਧੀ ਦਾ ਕੋਈ ਮੌਕਾ ਨਹੀਂ ਸੀ। ਠੀਕ ਹੈ ਜੀ, ਇਸ ਕਰਕੇ ਉਸਨੇ ਇਸ ਦੇ ਬਜਾਏ ਜਿਹੜਾ ਹੈ ਪ੍ਰਯੋਗ ਉਸਨੇ ਵੀ ਪਸ਼ੂਆਂ 'ਤੇ ਕੀਤੇ ਅਤੇ ਸਿੱਧ ਕੀਤਾ ਸੀ ਕਿ ਪਸ਼ੂ ਵੀ ਜਿਹੜੇ ਨੇ ਮਨੁੱਖਾਂ ਵਾਂਗ ਬੁੱਧੀਮਾਨ ਹੁੰਦੇ ਨੇ ਔਰ ਅੰਤਰਦ੍ਰਿਸ਼ਟੀ ਨਾਲ, ਅੰਤਰਦ੍ਰਿਸ਼ਟੀ ਦਾ ਅਰਥ ਹੈ ਸਮੱਸਿਆ ਦੇ ਹੱਲ ਨੂੰ ਡੂੰਘਾਈ ਦੇ ਵਿੱਚ ਦੇਖਣਾ ਜੀ। ਸੋ ਅੰਤਰਦ੍ਰਿਸ਼ਟੀ ਦੇ ਨਾਲ ਜਿਹੜਾ ਉਹ ਸਿੱਖਦੇ ਨੇ। ਇਸਨੇ ਜਿਹੜਾ ਪ੍ਰਯੋਗ ਕੀਤਾ ਸੀ ਕੋਲਰ ਨੇ ਔਰ ਸੁਲਤਾਨ ਨਾਂ ਦੇ ਚਪੈਂਜੀ 'ਤੇ ਕੀਤਾ ਸੀ, ਜਿਵੇਂ ਪਿੰਜਰੇ ਦੇ ਵਿੱਚ ਉਸ ਨੂੰ ਰੱਖ ਕੇ ਕੇਲੇ ਬਾਹਰ ਰੱਖ ਕੇ ਸੋਟੀਆਂ ਰੱਖ ਦਿੱਤੀਆਂ ਔਰ ਸੋਟੀਆਂ ਦੇ ਨਾਲ ਜਿਹੜਾ ਉਸਨੇ ਉਸ ਨੂੰ ਅੰਦਰ ਖਿੱਚ ਲਿਆ ਸੀ ਜੀ। ਔਰ ਇਸ ਤਰ੍ਹਾਂ ਜਿਹੜਾ ਹੈ ਉੱਪਰ ਜਿਸ ਤਰ੍ਹਾਂ ਛੱਤ 'ਤੇ ਕੇਲੇ ਟੰਗੇ, ਦੋ ਸੋਟੀਆਂ ਰੱਖ ਦਿੱਤੀਆਂ, ਦੋਨਾਂ ਨੂੰ ਜੋੜ ਕੇ ਉਹਨੇ ਕੇਲੇ ਪ੍ਰਾਪਤ ਕਰਨ 'ਚ ਪਹਿਲਾਂ ਚਾਹੇ ਅਸਫਲਤਾ ਮਿਲੀ, ਅੰਤ ਦੇ ਵਿੱਚ ਉਹਨੇ ਦੋਵਾਂ ਸੋਟੀਆਂ ਨੂੰ ਜੋੜ ਕੇ ਕੇਲੇ ਪ੍ਰਾਪਤ ਕਰ ਲਏ ਸਨ। ਸੋ ਘਟਨਾਵਾਂ ਤੁਹਾਨੂੰ ਯਾਦ ਆ ਗਈਆਂ ਹੋਣਗੀਆਂ ਕਿਉਂਕਿ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਚਪੈਂਜੀ 'ਤੇ ਜਿਹੜੇ ਪ੍ਰਯੋਗ ਸੁਲਤਾਨ ਨਾਂ ਦੇ ਚਪੈਂਜੀ 'ਤੇ ਪ੍ਰਯੋਗ ਕੀਤੀ ਸੀ ਕੋਲਰ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 18 ਜੀ ਅਭਿਆਸ ਦੇ ਨਿਯਮ ਦੁਆਰਾ ਵਿਦਿਆਰਥੀਆਂ ਵਿੱਚ ਵਿਕਸਿਤ ਹੁੰਦਾ ਹੈ। ਆਪਸ਼ਨ ਹੈ ਜੀ ਮਿਹਨਤ ਕਰਨ ਦੀ ਆਦਤ, ਬੀ ਹੈ ਬੁੱਧੀ, ਸੀ ਹੈ ਅੰਤਰਦ੍ਰਿਸ਼ਟੀ, ਡੀ ਹੈ ਜੀ ਸਮੱਸਿਆ ਸਮਾਧਾਨ ਯੋਗਤਾ। ਆਪਸ਼ਨ ਡੀ ਹੈ ਜੀ ਜਿਵੇਂ ਜਿਵੇਂ ਅਭਿਆਸ ਕਰਨਗੇ ਬੱਚੇ ਤਾਂ ਉਹਨਾਂ ਦੇ ਵਿੱਚ ਸਮੱਸਿਆ ਨੂੰ ਹੱਲ ਕਰਨ ਦੀ, ਸਮਾਧਾਨ ਕਰਨ ਦੀ ਉਸ ਨੂੰ ਯੋਗਤਾ ਉਸ ਦੇ ਅੰਦਰ ਆਊਗੀ ਜੀ। ਕੁਐਸਚਨ ਨੰਬਰ 19 ਹੈ ਜੀ CCE ਹੈ। ਆਪਸ਼ਨ ਹੈ ਜੀ ਸਤਤ ਪਾਠ ਪ੍ਰੀਖਿਆ, ਬੀ ਹੈ ਜੀ ਪਾਠ ਅਤੇ ਪਾਠ ਨਾਲ ਸੰਬੰਧਿਤ ਮੁਲਾਂਕਣ, ਸੀ ਹੈ ਜੀ ਸਤਤ ਅਤੇ ਵਿਆਪਕ ਮੁਲਾਂਕਣ, ਡੀ ਹੈ ਜੀ ਅਨਿਵਾਰੀ ਵਿਆਪਕ ਮੁਲਾਂਕਣ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਸਤਤ ਅਤੇ ਵਿਆਪਕ ਮੁਲਾਂਕਣ। ਸੋ ਕੰਟੀਨਿਊਸ ਅਵੈਲੂਏਸ਼ਨ ਜਿਹੜੀ ਹੈ ਸ਼ਾਮਲ ਹੈ CCE ਦੇ ਵਿੱਚ ਜੀ। ਨੈਕਸਟ ਹੈ ਕੁਐਸਚਨ ਨੰਬਰ ਜੀ 20 ਬੁੱਧੀ ਲਮਤੀ IQ ਦਾ ਸਧਾਰਨ ਸੀਮਾ ਕੀ ਹੈ। ਆਪਸ਼ਨ ਹੈ ਜੀ 130 ਤੋਂ ਅਧਿਕ, ਬੀ ਹੈ 90 ਤੋਂ 110, ਸੀ ਹੈ ਜੀ 71 ਤੋਂ 80, ਡੀ ਹੈ ਜੀ 70 ਤੋਂ ਘੱਟ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ 90 ਤੋਂ 110 ਦੇ ਵਿੱਚ ਜਿਨ੍ਹਾਂ ਦਾ IQ ਹੈ ਉਸ ਦੀ ਜਿਹੜੀ ਸਧਾਰਨ ਸੀਮਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 21 ਇੱਕ ਵਿਦਿਆਰਥੀ ਗਣਿਤ ਦੇ ਪ੍ਰਸ਼ਨ ਹੱਲ ਕਰਨ ਲਈ ਬਹੁਤ ਮਿਹਨਤ ਕਰ ਰਿਹਾ ਹੈ। ਉਸਦੇ ਪਿਤਾ ਨੇ ਕਿਹਾ ਕਿ ਚੰਗੇ ਨੰਬਰ ਲੈਣ 'ਤੇ ਉਸ ਨੂੰ ਮੋਟਰਸਾਈਕਲ ਲੈ ਕੇ ਦਿੱਤੀ ਜਾਵੇਗੀ। ਇਸ ਦਾ ਅਰਥ ਹੈ ਪਦਾਰਥਵਾਦੀ ਪ੍ਰੇਰਨਾ, ਆਂਤਰਿਕ ਪ੍ਰੇਰਨਾ, ਬਾਹਰੀ ਪ੍ਰੇਰਨਾ ਜਾਂ ਡੀ ਹੈ ਜੀ ਗਣਿਤਕ ਪ੍ਰੇਰਨਾ। ਸਹੀ ਆਨਸਰ ਆਪਸ਼ਨ ਸੀ ਹੈ ਜੀ। ਇਸ ਨੂੰ ਕਹਿੰਦੇ ਨੇ ਇੱਕ ਹੁੰਦਾ ਆਪਣੇ ਅੰਦਰੋਂ ਹੀ ਪ੍ਰੇਰਨਾ ਕੋਈ ਉੱਠਣੀ, ਦੂਸਰਾ ਹੈ ਬਾਹਰੀ ਪ੍ਰੇਰਨਾ। ਦੋ ਤਰ੍ਹਾਂ ਦੀ ਹੁੰਦੀ ਹੈ ਮੋਟੀਵੇਸ਼ਨ, ਅੰਦਰੂਨੀ ਔਰ ਬਾਹਰੀ, ਔਰ ਇੱਥੇ ਜਿਹੜੀ ਉਸ ਨੂੰ ਮਿਲ ਰਹੀ ਹੈ ਉਹ ਬਾਹਰੀ ਪ੍ਰੇਰਨਾ ਮਿਲ ਰਹੀ ਹੈ ਜੀ। ਕੁਐਸਚਨ ਨੰਬਰ 22 ਹੈ ਜੀ ਕਿੰਡਰਗਾਰਟਨ ਪ੍ਰਣਾਲੀ ਦਾ ਪ੍ਰਤੀਪਾਦਨ ਕੀਤਾ। ਆਪਸ਼ਨ ਹੈ ਜੀ ਬਰੂਨਰ ਨੇ, ਬੀ ਹੈ ਜੀ ਰਿਸਕ ਨੇ, ਸੀ ਹੈ ਆਰਮਸਟਰਾਂਗ, ਡੀ ਹੈ ਜੀ ਫੋਰਬਲ। ਆਨਸਰ ਹੈ ਜੀ ਡੀ ਫੋਰਬਲ ਨੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਕਿੰਡਰਗਾਰਟਨ ਪ੍ਰਣਾਲੀ ਫੋਰਬਲ ਦੁਆਰਾ ਜੀ। ਨੈਕਸਟ ਹੈ ਕੁਐਸਚਨ ਨੰਬਰ 23 ਹੈ ਜੀ ਉਹ ਬੱਚਾ ਜਿਨ੍ਹਾਂ ਦੀ ਮਾਨਸਿਕ ਉਮਰ ਉਹਨਾਂ ਦੀ ਵਾਸਤਵਿਕ ਉਮਰ ਤੋਂ ਘੱਟ ਹੁੰਦੀ ਹੈ ਕਹਾਉਂਦੇ ਹਨ ਪ੍ਰਤਿਭਾਸ਼ਾਲੀ, ਸਧਾਰਨ ਬਾਲਕ, ਸਿੱਖਣ ਯੋਗਤਾ, ਮੰਦ ਬੁੱਧੀ ਬਾਲਕ। ਸਹੀ ਆਨਸਰ ਹੈ ਜੀ ਆਪਸ਼ਨ ਡੀ ਮੰਦ ਬੁੱਧੀ ਬਾਲਕ ਕਿਹਾ ਜਾਂਦਾ ਉਹਨਾਂ ਨੂੰ, ਜਿਨ੍ਹਾਂ ਬੱਚਿਆਂ ਦੀ ਜਿਹੜੀ ਮਾਨਸਿਕ ਉਮਰ ਹੈ
ਵਾਸਤਵਿਕ ਜਿਹੜੀ ਉਹਨਾਂ ਦੀ ਅਸਲ ਉਮਰ ਹੈ। ਮੰਨ ਲਓ ਬੱਚਾ 13-14 ਸਾਲ ਦਾ ਹੋ ਗਿਆ, ਵਿਵਹਾਰ ਕਰ ਰਿਹਾ 5-6 ਸਾਲ ਦੇ ਬੱਚੇ ਵਾਂਗੂ ਜਾਂ 2-4 ਸਾਲ ਦੇ ਬੱਚੇ ਵਾਂਗੂ, ਤਾਂ ਉਸ ਨੂੰ ਕਹਿੰਦੇ ਨੇ ਮੰਦਬੁੱਧੀ। ਉਹਦੀ ਜਿਹੜੀ ਵਾਸਤਵਿਕ ਉਮਰ ਜ਼ਿਆਦਾ ਹੋਗੀ ਲੇਕਿਨ ਮਾਨਸਿਕ ਉਮਰ ਘੱਟ ਹੈ, ਤਾਂ ਅਜਿਹੇ ਬੱਚੇ ਕਹਾਉਂਦੇ ਹਨ ਮੰਦਬੁੱਧੀ ਬਾਲਕ। ਕੁਐਸਚਨ ਨੰਬਰ ਅੱਗੇ ਹੈ ਜੀ 24, ਅਨੁਵੰਸ਼ਿਕਤਾ ਦੇ ਮੂਲ ਵਾਹਕ ਮੰਨੇ ਜਾਂਦੇ ਹਨ। ਅਨੁਵੰਸ਼ਿਕਤਾ ਹੈਰੀਡਿਟੀ ਦੇ ਮੂਲ ਵਾਹਕ, ਯਾਨੀ ਕਿ ਹੈਰੀਡਿਟੀ ਅੱਗੇ ਜਿਹੜੀ ਹੈ ਬੱਚਿਆਂ ਦੇ ਵਿੱਚ ਕਿਵੇਂ ਜਾਂਦੀ ਹੈ? ਪ੍ਰੋਟੀਨ ਦੁਆਰਾ, ਵਿਟਾਮਿਨ, ਜੀਨਸ, ਜਾਂ ਕੋਈ ਨਹੀਂ? ਆਨਸਰ ਸੀ ਆਊਗਾ। ਜੀਨਸ ਦੇ ਦੁਆਰਾ ਜਿਹੜੀ ਹੈ ਹੈਰੀਡਿਟੀ ਅੱਗੇ ਵੱਧਦੀ ਹੈ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 25, ਬੱਚੇ ਆਪਣੇ ਵਾਤਾਵਰਨ ਦੇ ਨਾਲ ਸੰਬੰਧ ਬਣਾਉਂਦੇ ਹੋਏ ਆਪਣੀ ਸਮਝ ਦਾ ਵਿਕਾਸ ਕਰ ਲੈਂਦੇ ਹਨ। ਇਹ ਜਿਹੜਾ ਕਥਨ ਕਿਸ ਦਾ ਹੈ ਜੀ? ਸਕਿਨਰ ਦਾ, ਗਿਲਫੋਰਡ ਦਾ, ਪਿਆਜੇ ਦਾ, ਬਰਟ ਦਾ? ਆਨਸਰ ਸੀ ਹੈ ਜੀ ਪਿਆਜੇ। ਪਿਆਜੇ ਕਹਿੰਦਾ ਕਿ ਬੱਚੇ ਸਾਇੰਸਦਾਨ ਨੇ। ਬਿਲਕੁਲ ਬੱਚੇ ਖਾਲੀ ਨਹੀਂ। ਜਦੋਂ ਉਹ ਵਾਤਾਵਰਨ ਦੇ ਨਾਲ ਸੰਬੰਧ ਸਥਾਪਿਤ ਕਰਦੇ ਨੇ ਤਾਂ ਉਹ ਜਿਹੜਾ ਹੈ ਸਮਝ ਦਾ ਆਪਣੇ ਜਿਹੜੇ ਸਮਝ ਨੂੰ ਡਿਵੈਲਪ ਕਰ ਲੈਂਦੇ ਨੇ। ਔਰ ਪਿਆਜੇ ਨੇ ਆਪਾਂ ਨੂੰ ਪਤਾ ਹੈ ਕਿ ਕੋਗਨੇਟਿਵ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ ਹੈ। ਪਿਆਜੇ ਦੇ ਸਿਧਾਂਤ ਨੂੰ ਜਿਹੜਾ ਜੇਕਰ ਪੁੱਛਿਆ ਜਾਏ ਕਿ ਕੋਗਨੇਟਿਵ ਡਿਵੈਲਪਮੈਂਟ ਦਾ ਸਿਧਾਂਤ ਕਿਸ ਨੇ ਦਿੱਤਾ ਹੈ? ਪਿਆਜੇ ਨੇ ਦਿੱਤਾ ਹੈ। ਜਾਂ ਸਟੇਜ ਸਿਧਾਂਤ, ਕਿਉਂਕਿ ਉਸ ਦੇ ਵਿੱਚ ਉਸਨੇ 4 ਸਟੇਜਾਂ ਦੇ ਵਿੱਚ ਬੱਚੇ ਦੇ ਜਿਹੜਾ ਗਿਆਨਾਤਮਕ ਕੋਗਨੇਟਿਵ ਡਿਵੈਲਪਮੈਂਟ ਹੈ ਉਸ ਨੂੰ ਵੰਡਿਆ ਜੀ। ਔਰ ਇਹ ਪੂਰੀ ਡਿਟੇਲ ਵੀਡੀਓ ਅਪਲੋਡ ਹੈ, ਤੁਸੀਂ ਦੇਖ ਸਕਦੇ ਹੋ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 26 ਸਮਾਯੋਜਨ ਦਾ ਸੰਬੰਧ ਹੈ ਮਾਨਸਿਕ ਵਿਕਾਸ ਨਾਲ, ਸਮਾਜਿਕ ਵਿਕਾਸ ਨਾਲ, ਸਰੀਰਕ ਵਿਕਾਸ ਨਾਲ, ਸੰਵੇਗਾਤਮਕ ਵਿਕਾਸ ਨਾਲ? ਸਹੀ ਆਨਸਰ ਹੈ ਜੀ ਆਪਸ਼ਨ ਬੀ ਸਮਾਯੋਜਨ। ਸੋ ਐਡਜਸਟਮੈਂਟ ਦਾ ਜਿਹੜਾ ਸੰਬੰਧ ਹੈ ਉਹ ਸਮਾਜਿਕ ਸੋਸ਼ਲ ਡਿਵੈਲਪਮੈਂਟ ਦੇ ਨਾਲ ਹੈ, ਕਿ ਬੱਚੇ ਦਾ ਸਮਾਜੀਕਰਨ ਜਿਹੜਾ ਹੋ ਰਿਹਾ ਹੈ ਜੇਕਰ ਉਹ ਸਮਾਜ ਦੇ ਵਿੱਚ ਸਮਾਯੋਜਨ ਐਡਜਸਟ ਕਰਨਾ ਸਿੱਖ ਲੈ। ਕੁਐਸਚਨ ਨੰਬਰ 17 ਜੀ, ਜੇਕਰ 16 ਸਾਲਾਂ ਬੱਚੇ ਦਾ ਬੁੱਧੀ ਅੰਕ 75 ਹੈ ਤਾਂ ਉਸਦੀ ਮਾਨਸਿਕ ਉਮਰ ਡੈਸ਼ ਸਾਲ ਹੋਵੇਗੀ? ਆਪਸ਼ਨ ਹੈ ਜੀ 15, ਬੀ ਹੈ 12, ਸੀ ਹੈ 8, ਡੀ ਹੈ ਜੀ 14। ਸਹੀ ਆਨਸਰ ਹੈ ਜੀ ਆਪਸ਼ਨ ਬੀ 12 ਸਾਲ ਉਸਦੀ ਜਿਹੜੀ ਉਮਰ ਹੈ ਉਹ ਹੋਵੇਗੀ। ਜੇਕਰ 16 ਸਾਲਾਂ ਦਾ ਬੱਚਾ ਹੈ ਔਰ ਉਹਦਾ ਜਿਹੜਾ IQ ਹੈ ਉਹ 75 ਹੈ ਤਾਂ 12 ਸਾਲ ਉਸਦੀ ਜਿਹੜੀ ਮਾਨਸਿਕ ਉਮਰ ਜਿਹੜੀ ਹੈ ਉਹ ਘੱਟ ਹੋਵੇਗੀ, ਕਿਉਂਕਿ IQ ਲੈਵਲ ਉਹਦਾ ਘੱਟ ਹੈ। ਇਹ ਕੱਢਣ ਦੇ ਲਈ ਇੱਕ ਫਾਰਮੂਲਾ ਹੈ ਜੀ। ਆਪਾਂ ਨੂੰ ਪਤਾ ਹੈ ਕਿ ਜਿਹੜਾ IQ ਹੈ, IQ ਬਰਾਬਰ ਕਿਹਦੇ ਹੁੰਦਾ? MA, ਯਾਨੀ ਕਿ ਮੈਂਟਲ ਏਜ ਡਿਵਾਈਡ ਬਾय CA, ਕ੍ਰੋਨੋਲੋਜੀਕਲ ਏਜ, ਵਾਸਤਵਿਕ ਉਮਰ ਗੁਣਾ 100 ਜੀ। ਹੁਣ ਇੱਥੇ ਆਪਾਂ ਨੂੰ ਦਿੱਤੇ ਹੋਇਆ ਕੀ ਦਿੱਤਾ ਹੋਇਆ? ਆਪਾਂ ਨੂੰ ਜਿਹੜਾ ਹੈ ਦਿੱਤੀ ਹੋਈ ਹੈ ਜੀ CA, ਯਾਨੀ ਕਿ 16। ਵਾਸਤਵਿਕ ਉਮਰ ਦਿੱਤੀ ਹੋਈ ਹੈ, ਮੈਂਟਲ ਏਜ ਆਪਾਂ ਕੱਢਣੀ ਹੈ ਜੀ, ਗੁਣਾ 100 ਬਰਾਬਰ ਆਉਣਾ ਚਾਹੀਦਾ 75 ਦੇ ਜੀ। ਸੌਰੀ ਬਾਏ ਮਿਸਟੇਕ ਹੋ ਗਿਆ ਸੀ। ਤਾਂ ਆਪਾਂ ਨੂੰ ਜਿਹੜਾ ਹੈ ਵਾਸਤਵਿਕ ਉਮਰ ਜਿਹੜੀ ਹੈ ਦਿੱਤੀ ਹੋਈ ਹੈ ਕਿ ਉਮਰ 16 ਸਾਲ ਹੈ, ਔਰ ਮੈਂਟਲ ਏਜ ਆਪਾਂ ਕੱਢਣੀ ਤਾਂ ਇਹ ਫਾਰਮੂਲਾ ਰਹੂਗਾ ਜੀ। ਆਪਾਂ ਨੂੰ ਪਤਾ IQ ਦਾ ਜਿਹੜਾ MA ਮੈਂਟਲ ਏਜ ਡਿਵਾਈਡ ਬਾय CA ਮਲਟੀਪਲਾਈ ਬਾय 100, ਯਾਨੀ ਕਿ ਕ੍ਰੋਨੋਲੋਜੀਕਲ ਏਜ ਵਾਸਤਵਿਕ ਉਮਰ। ਜਦੋਂ ਇਸ ਨੂੰ ਆਪਾਂ ਸੋਲਵ ਕਰਾਂਗੇ, ਹੱਲ ਕਰਾਂਗੇ, ਇੱਧਰ ਲੈ ਕੇ ਆਵਾਂਗੇ ਮੈਥ ਦੇ ਫਾਰਮੂਲੇ ਦੇ ਅਕੋਰਡਿੰਗ, ਤਾਂ ਇਸ ਤਰੀਕੇ ਦੇ ਨਾਲ ਇਹ ਜਦੋਂ ਇਸ ਨੂੰ ਆਪਾਂ ਸੋਲਵ ਕਰਦੇ ਹਾਂ ਤਾਂ 12 ਦੇ ਬਰਾਬਰ ਆ ਜਾਊਗਾ, ਕਿਉਂਕਿ 25 ਚੌਕਾ 100, 25 ਤੀਆ 75 ਔਰ ਚੌਕੇ 16 ਔਰ 4 ਤੀਆ 1200 ਜਿਹੜਾ ਆਨਸਰ ਆ ਜਾਊਗਾ ਜੀ। ਸੋ ਤੁਹਾਨੂੰ ਇਹ ਫਾਰਮੂਲਾ ਯਾਦ ਹੋਣਾ ਚਾਹੀਦਾ। ਕਈ ਵਾਰੀ ਸਿੱਧਾ ਕੁਐਸਚਨ ਵੀ ਆ ਜਾਂਦਾ ਕਿ IQ ਦਾ ਫਾਰਮੂਲਾ ਕੀ ਹੈ ਜਾਂ IQ ਕੱਢਣ ਦਾ ਕੀ ਹੈ ਤਰੀਕਾ, ਤਾਂ IQ ਕਿਵੇਂ ਨਿਕਲੂਗਾ, IQ ਕਿਹਦੇ ਬਰਾਬਰ ਹੁੰਦਾ? ਕਈ ਵਾਰੀ ਐਵੇਂ ਆ ਜਾਂਦਾ ਸਿੱਧਾ। ਤਾਂ IQ ਇਕੁਅਲ ਹੈ MA, ਯਾਨੀ ਕਿ ਮੈਂਟਲ ਏਜ ਡਿਵਾਈਡ ਬਾय CA, ਵਾਸਤਵਿਕ ਉਮਰ ਹੈ ਜਿੰਨੀ ਵੀ, ਮਲਟੀਪਲਾਈ ਬਾय 100। ਸੋ ਇਹ ਫਾਰਮੂਲਾ, ਇਸ ਨੂੰ ਕਰਕੇ ਤੁਸੀਂ ਮੈਥ ਰਾਹੀਂ ਸੋਲਵ ਇੱਦਾਂ ਦੇ ਕੁਐਸਚਨ ਕਰ ਸਕਦੇ ਹੋ। ਨੈਕਸਟ ਹੈ ਜੀ ਕੁਐਸਚਨ ਨੰਬਰ 28 ਹੈ ਜੀ, RTE ਦੀ ਕਿਹੜੀ ਧਾਰਾ ਅਧਿਆਪਕਾਂ ਦੇ ਕਰਤੱਵਾਂ ਨਾਲ ਸੰਬੰਧਿਤ ਹੈ ਜੀ? ਆਪਸ਼ਨ ਹੈ ਜੀ ਧਾਰਾ 7, B ਹੈ 11, C ਹੈ 24, D ਹੈ ਜੀ 35। ਸਹੀ ਆਨਸਰ ਹੈ ਜੀ ਆਪਸ਼ਨ C ਧਾਰਾ 24 ਜਿਹੜੀ ਹੈ ਉਹ ਸੰਬੰਧਿਤ ਹੈ ਜੀ। ਰਾਈਟ ਟੂ RTE ਦੀ ਫੁੱਲ ਫਾਰਮ ਕੀ ਹੈ? ਰਾਈਟ ਟੂ ਐਜੂਕੇਸ਼ਨ ਐਕਟ 2009, ਜੋ ਲਾਗੂ ਹੋਇਆ ਅਪ੍ਰੈਲ 2010 ਦੇ ਵਿੱਚ ਜੀ। ਕੁਐਸਚਨ ਨੰਬਰ 29 ਹੈ ਜੀ, ਕੋਲਬਰਗ ਦੇ ਨੈਤਿਕ ਵਿਕਾਸ ਦੀਆਂ 6 ਅਵਸਥਾਵਾਂ ਵਿੱਚੋਂ ਪਹਿਲੀ ਅਵਸਥਾ ਹੈ? ਆਪਸ਼ਨ ਹੈ ਜੀ ਚੰਗਾ ਮੁੰਡਾ, ਚੰਗੀ ਕੁੜੀ ਦਾ ਵਿਚਾਰ, B ਹੈ ਕਾਨੂੰਨ, ਤਰ ਅਤੇ ਮਤ, C ਹੈ ਜੀ ਸਜ਼ਾ ਅਤੇ ਤਾਬੇਦਾਰੀ ਅਵਸਥਾ, ਅਭਿਵਿਅਕਤੀ, D ਹੈ ਜੀ ਕੋਈ ਨਹੀਂ। ਸਹੀ ਆਨਸਰ ਆਏਗਾ ਆਪਸ਼ਨ C ਜੀ
ਸੋ ਜਿਹੜੀ ਪਹਿਲੀ ਸਟੇਜ ਹੈ, ਪਹਿਲੀ ਅਵਸਥਾ ਹੈ, ਸੋ ਆਪਾਂ ਨੂੰ ਪਤਾ ਕਿ ਨੈਤਿਕ ਵਿਕਾਸ ਦਾ ਸਿਧਾਂਤ ਕਿਸ ਨੇ ਦਿੱਤਾ ਹੈ? ਕੋਲਬਰਗ ਦਾ। ਸਿੰਪਲ ਕੁਐਸਚਨ ਹੁੰਦਾ ਕਿ ਮੋਰਲ ਡਿਵੈਲਪਮੈਂਟ ਦਾ ਸਿਧਾਂਤ ਕੋਲਬਰਗ ਨੇ ਦਿੱਤਾ। ਕਿਸ ਤੋਂ ਪ੍ਰਭਾਵਿਤ ਹੋ ਕੇ ਦਿੱਤਾ? ਆਪਾਂ ਕਰ ਚੁੱਕੇ ਹਾਂ ਡਿਸਕਸ ਕਿ ਪਿਆਜੇ ਤੋਂ ਪ੍ਰਭਾਵਿਤ ਹੋ ਕੇ ਦਿੱਤਾ। ਔਰ ਉਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲੀ ਜਿਹੜੀ ਸਟੇਜ ਹੈ ਉਸ ਦੇ ਵਿੱਚ ਬੱਚਾ ਜਿਹੜਾ ਹੈ ਉਸਨੂੰ ਨੈਤਿਕਤਾ ਦਾ ਕੁਝ ਪਤਾ ਨਹੀਂ ਹੈਗਾ, ਸਿਰਫ ਸਜ਼ਾ ਤੋਂ ਡਰਦਾ ਹੋਇਆ ਉਹ ਨੈਤਿਕਤਾ ਦੀ ਪਾਲਣਾ ਕਰਦਾ ਹੈ ਜੀ। ਅੱਗੇ ਹੈ ਜੀ ਕੁਐਸਚਨ ਨੰਬਰ 30। ਮੀਨਾ ਅਤੇ ਰੀਨਾ ਦੋ ਭੈਣਾਂ ਹਨ। ਮੀਨਾ ਹਰ ਪਾਠ ਜਲਦੀ ਸਿੱਖਦੀ ਹੈ ਜਦਕਿ ਰੀਨਾ ਉਸਨੂੰ ਸਿੱਖਣ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ। ਇਹ ਵਿਕਾਸ ਦੇ ਕਿਹੜੇ ਸਿਧਾਂਤ ਨੂੰ ਦਰਸਾਉਂਦਾ ਹੈ? ਆਪਸ਼ਨ ਹੈ ਜੀ ਨਿਰੰਤਰਤਾ ਦਾ ਸਿਧਾਂਤ, ਬੀ ਹੈ ਜੀ ਅੰਤਰ ਸੰਬੰਧਤ ਸਿਧਾਂਤ, ਸੀ ਹੈ ਅਨੁਵੰਸ਼ਿਕਤਾ ਦਾ ਸਿਧਾਂਤ, ਡੀ ਹੈ ਵਿਅਕਤੀਗਤ ਭਿੰਨਤਾ ਦਾ ਸਿਧਾਂਤ। ਡੀ ਆਨਸਰ ਆਊਗਾ ਜੀ ਵਿਅਕਤੀਗਤ ਭਿੰਨਤਾ ਦਾ ਸਿਧਾਂਤ ਹੈ। ਇਸ ਦੇ ਵਿੱਚ ਡਿਫਰੈਂਸ ਜਿਹੜਾ ਹੈ ਉਹ ਇੰਡੀਵਿਜੂਅਲ ਜੋ ਡਿਫਰੈਂਟ ਦਾ ਸਿਧਾਂਤ ਹੈ ਉਸ ਦੇ ਅਕੋਰਡਿੰਗ ਇਸ ਕੁਐਸਚਨ ਦੇ ਵਿੱਚ ਆਨਸਰ ਆਊਗਾ ਆਪਸ਼ਨ ਡੀ ਜੀ। ਹਰ ਵਿਅਕਤੀ ਜਿਹੜਾ ਹੈ ਚਾਹੇ ਉਹ ਵੰਸ਼ ਤੋਂ ਸੇਮ ਹੋਣ, ਇੱਕੋ ਕੁੱਖ ਤੋਂ ਪੈਦਾ ਹੋਏ ਵੀ ਬੱਚੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਅਲੱਗ ਹੁੰਦੇ ਨੇ ਜੀ, ਉਹਨੂੰ ਕਹਿੰਦੇ ਆ ਵਿਅਕਤੀਗਤ ਭਿੰਨਤਾ ਦਾ ਸਿਧਾਂਤ ਜੀ। ਸੋ ਇਹ ਸੀ ਜੀ ਅੱਜ ਦੇ ਆਪਣਾ ਵੀਡੀਓ। ਉਮੀਦ ਹੈ ਕਿ ਕਾਫੀ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਿਆ ਹੋਊਗਾ। ਵੀਡੀਓ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ, ਤੁਹਾਡੇ ਕਮੈਂਟ ਹੀ ਸਾਡੇ ਲਈ ਉਤਸ਼ਾਹ ਨੇ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।